ਅਸੀਂ ਕਰ ਰਹੇ ਸੀਗੇ ਪੁਨਰ ਜਾਗਰਣ ਦੇ ਕੀ ਪ੍ਰਭਾਵ ਪਏ। ਅੱਜ ਅਸੀਂ ਇਸ ਲੈਕਚਰ ਦੇ ਵਿੱਚ ਗੱਲ ਕਰਾਂਗੇ ਸੰਸਕ੍ਰਿਤਿਕ ਪ੍ਰਭਾਵ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਹਿਤ ਦਾ ਵਿਕਾਸ। ਪੁਨਰ ਜਾਗਰਣ ਦੀ ਮਹੱਤਵਪੂਰਨ ਵਿਸ਼ੇਸ਼ਤਾ ਪੁਰਾਤਨ ਲਾਤੀਨੀ ਤੇ ਯੂਨਾਨੀ ਭਾਸ਼ਾਵਾਂ ਦਾ ਡੂੰਘਾ ਅਧਿਐਨ ਸੀ। ਇਸ ਦੇ ਸਿੱਟੇ ਵਜੋਂ ਨਵੀਆਂ ਪੁਸਤਕਾਂ ਲਿਖੀਆਂ ਗਈਆਂ ਅਤੇ ਇਹਨਾਂ ਭਾਸ਼ਾਵਾਂ ਦੇ ਸਾਹਿਤ ਦਾ ਬਹੁਤ ਵਿਕਾਸ ਹੋਇਆ। ਇਸ ਦੇ ਨਾਲ ਹੀ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਇਤਾਲਵੀ, ਫਰਾਂਸੀਸੀ, ਅੰਗਰੇਜ਼ੀ, ਸਪੇਨੀ, ਜਰਮਨ, ਡੱਚ ਇਹ ਦੇਸੀ ਭਾਸ਼ਾਵਾਂ ਵਿੱਚ ਵੀ ਕਵੀਆਂ, ਵਿਦਵਾਨਾਂ ਅਤੇ ਨਾਟਕਕਾਰਾਂ ਰਾਹੀਂ ਅਨੇਕਾਂ ਪੁਸਤਕਾਂ ਦੀ ਰਚਨਾ ਕੀਤੀ ਗਈ। ਇਹਨਾਂ ਸਭ ਭਾਸ਼ਾਵਾਂ ਦੇ ਸਾਹਿਤ ਵਿੱਚ ਅਦਭੁਤ ਵਿਕਾਸ ਹੋਇਆ। ਇਸ ਸਮੇਂ ਦੇ ਸਾਹਿਤਕਾਰਾਂ ਵਿੱਚੋਂ ਦਾਂਤੇ, ਪੈਟਰਾਰਕ, ਬੋਕਾਸੀਓ, ਮੈਕਿਆਵਲੀ, ਮਾਂਤੇਨ, ਚੌਸਰ, ਮੂਰ, ਸ਼ੇਕਸਪੀਅਰ, ਇਰਾਸਮਸ, ਲੂਥਰ ਇਹਨਾਂ ਦੇ ਨਾਮ ਖਾਸ ਤੌਰ 'ਤੇ ਵਰਣਨਯੋਗ ਹਨ। ਇਹਨਾਂ ਵਿਦਵਾਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਨਵੇਂ ਵਿਚਾਰ, ਉਦਾਰ ਅਤੇ ਮਾਨਵਵਾਦੀ ਵਿਚਾਰਾਂ ਦਾ ਪ੍ਰਸਾਰ ਕੀਤਾ ਅਤੇ ਆਪਣੀ ਆਪਣੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਸਥਾਈ ਯੋਗਦਾਨ ਪਾਇਆ। ਇਸ ਕਾਲ ਦੇ ਵਿੱਚ ਆਧੁਨਿਕ ਸਿੱਖਿਆ ਦਾ ਵਿਕਾਸ ਹੋਇਆ। ਇਸ ਤੋਂ ਪਹਿਲਾਂ ਲੋਕਾਂ ਨੂੰ ਸਿੱਖਿਆ ਦੇਣਾ ਚਰਚ ਦਾ ਹੀ ਕਾਰਜ ਖੇਤਰ ਸਮਝਿਆ ਜਾਂਦਾ ਸੀ। ਪੁਨਰ ਜਾਗਰਣ ਦੇ ਇਸ ਨਵੇਂ ਮਾਹੌਲ ਦੇ ਵਿੱਚ ਸਿੱਖਿਆ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਇਆ। ਵੱਖ-ਵੱਖ ਦੇਸ਼ਾਂ ਵਿੱਚ ਯੂਨੀਵਰਸਿਟੀਆਂ ਦੀ ਸਥਾਪਨਾ ਹੋਈ। ਇਸ ਤੋਂ ਇਲਾਵਾ ਛਾਪੇਖਾਨੇ ਦੀ ਇਜਾਜ਼ਤ ਦੇ ਫਲਸਰੂਪ ਪਾਠ ਪੁਸਤਕਾਂ ਪ੍ਰਕਾਸ਼ਿਤ ਹੋਣ ਲੱਗੀਆਂ। ਇਸ ਨਾਲ ਵਿਦਿਆਰਥੀਆਂ ਨੂੰ ਅਤੇ ਅਧਿਆਪਕਾਂ ਨੂੰ ਪੜ੍ਹਨ ਅਤੇ ਪੜ੍ਹਾਉਣ ਦੇ ਵਿੱਚ ਸੌਖ ਹੋ ਗਈ। ਯੂਨੀਵਰਸਿਟੀਆਂ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਵਿੱਚ ਸਕੂਲ ਅਤੇ ਹੋਰ ਸਿੱਖਿਆ ਸੰਸਥਾਵਾਂ ਸਥਾਪਿਤ ਹੋਣ ਲੱਗੀਆਂ। ਵੱਖ-ਵੱਖ ਸ਼ਹਿਰਾਂ ਅਤੇ ਸਿੱਖਿਆ ਦੀਆਂ ਸੰਸਥਾਵਾਂ ਦੇ ਵਿੱਚ ਲਾਇਬ੍ਰੇਰੀਆਂ ਸਥਾਪਿਤ ਹੋ ਗਈਆਂ, ਜਿਨ੍ਹਾਂ ਨੇ ਸਿੱਖਿਆ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਪੁਰਾਤੱਤਵ ਵਿਗਿਆਨ ਦੀ ਉਤਪਤੀ ਅਤੇ ਇਤਿਹਾਸ ਲੇਖਨ ਕਲਾ ਦੇ ਵਿੱਚ ਪਰਿਵਰਤਨ ਜਾਂ ਵਿਕਾਸ। ਇਟਲੀ ਅਤੇ ਦੂਜੇ ਦੇਸ਼ਾਂ ਦੇ ਵਿਦਵਾਨਾਂ ਨੇ ਰੋਮ ਦੀਆਂ ਪ੍ਰਾਚੀਨ ਇਮਾਰਤਾਂ, ਯਾਦਗਾਰਾਂ ਅਤੇ ਖੰਡਰਾਂ ਦੇ ਅਧਿਐਨ ਦੇ ਵਿੱਚ ਵੱਧ ਤੋਂ ਵੱਧ ਰੁਚੀ ਲੈਣੀ ਆਰੰਭ ਕਰ ਦਿੱਤੀ। ਇਸ ਨੇ ਪੁਰਾਤੱਤਵ ਵਿਗਿਆਨ ਨੂੰ ਜਨਮ ਦਿੱਤਾ। ਪੁਨਰ ਜਾਗਰਣ ਨੇ ਇਤਿਹਾਸ ਲੇਖਨ ਕਲਾ ਵਿੱਚ ਵੀ ਪਰਿਵਰਤਨ ਲੈ ਆਉਂਦਾ। ਇਸ ਤੋਂ ਪਹਿਲਾਂ ਦੇ ਇਤਿਹਾਸਕਾਰ ਇਤਿਹਾਸਕ ਘਟਨਾਵਾਂ ਅਤੇ ਪਰੰਪਰਾਵਾਂ ਨੂੰ ਅੰਨ੍ਹੇਵਾਹ ਠੀਕ ਮੰਨ ਲੈਂਦੇ ਸਨ। ਪੁਨਰ ਜਾਗਰਣ ਨੇ ਵਿਦਵਾਨਾਂ ਅਤੇ ਇਤਿਹਾਸ ਲੇਖਕਾਂ ਨੂੰ ਸ਼ੰਕਾਵਾਦੀ ਬਣਾ ਦਿੱਤਾ। ਇਸ ਪਿੱਛੋਂ ਦੇ ਇਤਿਹਾਸਕਾਰ ਇਤਿਹਾਸਕ ਤੱਥਾਂ ਦੀ ਜਾਂਚ ਪੜਤਾਲ ਅਤੇ ਛਾਣਬੀਣ ਕਰਕੇ ਆਪਣੇ ਇਤਿਹਾਸਕ ਬਿਰਤਾਂਤ ਕਰਨ ਲੱਗੇ। ਲਲਿਤ ਕਲਾਵਾਂ ਦਾ ਵਿਕਾਸ। ਇਸ ਕਾਲ ਵਿੱਚ ਚਿੱਤਰਕਲਾ ਨੇ ਇੱਕ ਬਿਲਕੁਲ ਨਵਾਂ ਰੂਪ ਧਾਰਨ ਕਰ ਲਿਆ। ਹੁਣ ਮਨੁੱਖੀ ਜੀਵਨ ਨਾਲ ਸੰਬੰਧਿਤ ਚਿੱਤਰਾਂ ਨੂੰ ਪ੍ਰਮੁੱਖਤਾ ਦਿੱਤੀ ਜਾਣ ਲੱਗੀ ਅਤੇ ਇਹਨਾਂ ਵਿੱਚ ਮਾਨਵਤਾ ਅਤੇ ਧਰਮ ਨਿਰਪੇਖਤਾ ਦੀ ਝਲਕ ਦਿਖਾਈ ਦੇਣ ਲੱਗੀ। ਇਸ ਕਾਲ ਦੇ ਮਹਾਨ ਚਿੱਤਰਕਾਰਾਂ ਦੇ ਵਿੱਚੋਂ ਲਿਓਨਾਰਦੋ ਦਾ ਵਿੰਸੀ, ਮਾਈਕਲਐਂਜਲੋ, ਰਾਫੇਲ, ਤੀਤੀਅਨ ਹਨ। ਇਹਨਾਂ ਦੀਆਂ ਕੁਝ ਕਲਾਕ੍ਰਿਤੀਆਂ ਇੰਨੀਆਂ ਸੁੰਦਰ ਅਤੇ ਪ੍ਰਭਾਵਸ਼ਾਲੀ ਹਨ ਕਿ ਇਹ ਵਿਸ਼ਵ ਦੇ ਕਲਾ ਇਤਿਹਾਸ ਵਿੱਚ ਅਦੁੱਤੀ ਮੰਨੀਆਂ ਜਾਂਦੀਆਂ ਹਨ। ਇਸ ਕਾਲ ਵਿੱਚ ਮੂਰਤੀ ਕਲਾ ਅਤੇ ਇਮਾਰਤੀ ਕਲਾ ਦਾ ਵੀ ਵਿਕਾਸ ਹੋਇਆ। ਲੋਰੈਂਜੋ
ਗਿਬਰਟੀ, ਮਾਈਕਲ ਐਂਜਲੋ ਇਸ ਕਾਲ ਦੇ ਸਭ ਤੋਂ ਮਹਾਨ ਮੂਰਤੀਕਾਰਾਂ ਵਿੱਚੋਂ ਹਨ। ਇਹਨਾਂ ਨੇ ਕਈ ਅਤੀ ਸੁੰਦਰ ਮੂਰਤੀਆਂ ਦਾ ਨਿਰਮਾਣ ਕੀਤਾ। ਇਸ ਕਾਲ ਵਿੱਚ ਭਵਨ ਉਸਾਰੀ ਕਲਾ ਦੀ ਨਵੀਂ ਸ਼ੈਲੀ ਦਾ ਵਿਕਾਸ ਹੋਇਆ। ਇਟਲੀ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਅਨੇਕਾਂ ਗਿਰਜਾਘਰਾਂ, ਮਹਿਲਾਂ ਅਤੇ ਮਕਬਰਿਆਂ ਦੀ ਉਸਾਰੀ ਹੋਈ। ਪੁਨਰ ਜਾਗਰਣ ਕਾਲ ਵਿੱਚ ਸੰਗੀਤ ਕਲਾ ਦਾ ਵੀ ਮਹੱਤਵਪੂਰਨ ਵਿਕਾਸ ਹੋਇਆ। ਵੱਖ-ਵੱਖ ਯੂਰਪੀ ਦੇਸ਼ਾਂ ਵਿੱਚ ਸੰਗੀਤ ਦੇ ਸਾਜ਼ਾਂ ਦੀਆਂ ਕਿਸਮਾਂ ਵਿੱਚ ਸੁਧਾਰ ਹੋਇਆ ਅਤੇ ਨਵੇਂ ਸਾਜ਼ਾਂ ਅਤੇ ਸੁਰਾਂ ਨੇ ਸੰਗੀਤ ਦੇ ਖੇਤਰ ਵਿੱਚ ਭਾਰੀ ਤਬਦੀਲੀ ਲੈ ਆਂਦੀ। ਵਿਗਿਆਨਿਕ ਇਜਾਦਾਂ ਅਤੇ ਖੋਜਾਂ। ਪੁਨਰ ਜਾਗਰਣ ਸਦਕਾ ਲੋਕਾਂ ਦਾ ਦ੍ਰਿਸ਼ਟੀਕੋਣ ਤਰਕਸ਼ੀਲ ਅਤੇ ਵਿਗਿਆਨਿਕ ਹੋ ਗਿਆ। ਇਸ ਦੇ ਫਲਸਰੂਪ ਅਨੇਕਾਂ ਨਵੀਆਂ ਵਿਗਿਆਨਿਕ ਇਜਾਦਾਂ ਹੋਈਆਂ। ਵਿਗਿਆਨੀਆਂ ਨੇ ਆਪਣੀਆਂ ਖੋਜਾਂ ਅਤੇ ਇਜਾਦਾਂ ਰਾਹੀਂ ਇਹ ਸਿੱਧ ਕੀਤਾ ਕਿ ਧਰਤੀ ਅਤੇ ਹੋਰ ਗ੍ਰਹਿ ਸੂਰਜ ਦੇ ਇਰਦ ਗਿਰਦ ਘੁੰਮਦੇ ਹਨ। ਇੰਗਲੈਂਡ ਦੇ ਨਿਊਟਨ ਨਾਮਕ ਸਾਇੰਸਦਾਨ ਨੇ ਗੁਰੂਤਾ ਆਕਰਸ਼ਣ ਦੇ ਪ੍ਰਸਿੱਧ ਸਿਧਾਂਤ ਦੀ ਖੋਜ ਕੀਤੀ। ਗਲੀਲੀਓ ਨੇ ਲਟਕਣ ਸੰਬੰਧੀ ਨਿਯਮਾਂ ਅਤੇ ਗਿਲਬਰਟ ਨੇ ਚੁੰਬਕੀ ਪਦਾਰਥਾਂ ਸੰਬੰਧੀ ਸਫਲ ਤਜਰਬੇ ਕੀਤੇ। ਇਸ ਕਾਲ ਵਿੱਚ ਛਾਪਾਖਾਨਾ, ਗੋਲਾ ਬਰੂਦ ਅਤੇ ਕੰਪਾਸ ਨੇ ਮਨੁੱਖੀ ਜੀਵਨ ਦੇ ਵਿਕਾਸ ਵਿੱਚ ਕੋਈ ਘੱਟ ਮਹੱਤਵਪੂਰਨ ਯੋਗਦਾਨ ਨਹੀਂ ਪਾਇਆ। ਭੂਗੋਲਿਕ ਖੋਜਾਂ। ਪੁਨਰ ਜਾਗਰਣ ਨੇ ਭੂਗੋਲਿਕ ਖੋਜਾਂ ਦੇ ਖੇਤਰ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਕੀਤਾ। ਇਸ ਕਾਲ ਵਿੱਚ ਕੋਲੰਬਸ, ਵਾਸਕੋ ਡੇ ਗਾਮਾ, ਮੈਗੇਲਨ, ਕੈਥਟ, ਲੈਬਰਾਡੋਰ ਇਹਨਾਂ ਸਾਹਸੀ ਨਾਵਿਕਾਂ ਨੇ ਅਮਰੀਕਾ, ਭਾਰਤ, ਕੈਨੇਡਾ, ਅਫਰੀਕਾ ਅਤੇ ਚੀਨ ਦੇ ਦੇਸ਼ਾਂ ਤੱਕ ਪਹੁੰਚਣ ਲਈ ਨਵੇਂ ਸਮੁੰਦਰੀ ਮਾਰਗਾਂ ਦਾ ਪਤਾ ਲਗਾਇਆ। ਇਹਨਾਂ ਭੂਗੋਲਿਕ ਖੋਜਾਂ ਨੇ ਨਾ ਸਿਰਫ ਯੂਰਪੀ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ, ਸਗੋਂ ਵਪਾਰ ਅਤੇ ਉਪਨਿਵੇਸ਼ਵਾਦ ਦੇ ਨਵੇਂ ਯੁੱਗ ਲਈ ਰਸਤਾ ਸਾਫ਼ ਕਰ ਦਿੱਤਾ। ਇਸ ਤਰ੍ਹਾਂ ਸਿੱਖਿਆ, ਸਾਹਿਤ, ਕਲਾ ਅਤੇ ਵਿਗਿਆਨ ਦੇ ਵਿਕਾਸ ਅਤੇ ਭੂਗੋਲਿਕ ਖੋਜਾਂ ਨੇ ਸਮੂਹਿਕ ਰੂਪ ਵਿੱਚ ਪੁਨਰ ਜਾਗਰਣ ਕਾਲ ਨੂੰ ਇੱਕ ਨਵੀਂ ਸੰਸਕ੍ਰਿਤੀ ਪ੍ਰਦਾਨ ਕੀਤੀ। ਧੰਨਵਾਦ।